श्री वाहिगुरु। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चक्र चहन अर बरन जात अर पात नहन जेहे रूप रंग अर रेख पेख को कह न सकत कहे अचल मूरत अनभव प्रकाश अमितोज कह जह कोट इंद्र इंद्राण साहे साहाण गणजय तरे भवन महीप सुर नर असुर नेत नेत बान तृण कहत तब सर्ब नाम कथय कवन कर्म नाम बरनत सुमत तब सर्ब नाम कथय कवन कर्म नाम बरनत सुमत तू ठाकरो बैरागरो मैं जही कण छेरी राम तू सागरो रतनागरो हौ सार न जाना तेरी राम सार न जाना तू वड दाना कर मेहरम मत साई कृपा कीजै सामत दीजै आठ पहर तुद ध्याई गर्भ न कीजै ऋण होवीजै तागत जियरे तेरी सब ऊपर नानक का ठाकुर मैं जही कण छेरी राम सब ऊपर नानक का ठाकुर मैं जही कण छेरी राम हम अवगुण भरे एक गुण नाही अमृत छाड़ बिख बिख खाई माया मोह परम पै भूले सुत दारा स्यों प्रीत लगाई एक उत्तम पंथ सुन्यो गुर संगत ते मिलंत जम त्रास मिटाई एक अरदास पाठ कीरत की गुर रामदास राखो शरणाई सकहो टल गुर सेविया अहनस सहज सुभाए दर्शन परसे गुरु का जन्म मरण दुख जाय होवै सिफत खुसंबंधी नूर अर सोह गुर सोह तुद डिठे सच्चे पातशाह माल जन्म जन्म दे सज्जन सच्चा पातशाह
ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜ਼ਰੀ ਮਹੱਲਾ ਤੀਜਾ ਪੰਚ ਪਦੇ। ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ। ਸਤਿਗੁਰ ਮਿਲਿਆ ਮਤ ਉਪਜੈ ਤਾ ਇਹ ਸੋਝੀ ਪਾਏ। ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ। ਸਤਿਗੁਰ ਮਿਲਿਆ ਮਤ ਉਪਜੈ ਤਾ ਇਹ ਸੋਝੀ ਪਾਏ। ਹਰ ਕਥਾ ਸੁਣ ਅਰੇ ਹਰ ਕਥਾ ਤੂੰ ਸੁਣ ਅਰੇ ਮਨ ਸ਼ਬਦ ਮਨ ਵਸਾਏ। ਇਹ ਮਤ ਤੇਰੀ ਥਿਰ ਰਹਿ ਤਾਂ ਭਰਮ ਵਿੱਚੋਂ ਜਾਏ। ਰਹਾਉ ਹਰ ਚਰਨ ਹਿਰਦੈ ਵਸਾਏ ਤੂੰ ਕਿਲ ਵਿਖ ਹੋਵੈ ਨਾਸ। ਪੰਚ ਭੂ ਆਤਮਾ ਵਸ ਕਰਹਿ ਤਾ ਤੀਰਥ ਕਰਹਿ ਨਿਵਾਸ। ਮਨ ਮੁਖ ਇਹੋ ਮਨ ਮੁਗਧ ਹੈ ਸੋਝੀ ਕਿਛੂ ਨਾ ਪਾਏ। ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛੁਤਾਏ। ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ 부ਝਾਏ। 68 ਤੀਰਥ ਤਿਸ ਸੰਗ ਰਹਿ ਜਿਨ ਹਰ ਹਿਰਦੈ ਰਹਿਆ ਸਮਾਏ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ। ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ। ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤੰਤਾ ਦੇ ਪਾਤਰ ਹੋ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਪਾਤਸ਼ਾਹ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਮਿਹਰਬਾਨ ਜਗਤ ਸਾਈਂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਤੁਰ ਕੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਸਮੂਹ ਸੰਗਤਾਂ ਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ਦਿਆਂ
ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜ਼ਰੀ ਮਹੱਲਾ ਤੀਜਾ। ਪੰਚ ਪਦੇ ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ। ਰਾਗ ਗੋਜਰੀ ਹੈ। ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪੰਜ ਪਦਾ ਹੈ। ਸ਼ਬਦ ਦੇ ਪੰਜ ਬੰਦ ਨੇ, ਪੰਜ ਪਦੇ ਹਨ। ਸਾਹਿਬ ਫਰਮਾਉਂਦੇ ਹੈ ਕਿ ਕਾਂਸ਼ੀ ਆਦਿਕ ਤੀਰਥਾਂ ਤੇ ਜਾ ਕੇ ਜੇ ਕੋਈ ਕਹੇ ਕਿ ਕੇਵਲ ਉੱਥੇ ਜਾਣ ਨਾਲ ਹੀ ਸਾਡੇ ਅੰਦਰ ਸ੍ਰੇਸ਼ਟ ਮਤ ਉਪਜ ਆਵੇਗੀ, ਤਾਂ ਇਹ ਲੋਕਾਂ ਦਾ ਭੁਲੇਖਾ ਹੈ, ਭਰਮ ਹੈ। ਕੇਵਲ ਕਾਂਸ਼ੀ ਆਦਿਕ ਤੀਰਥਾਂ ਤੇ ਜਾ ਕੇ ਹੀ ਸ੍ਰੇਸ਼ਟ ਮਤ ਨਹੀਂ ਉਪਜਦੀ, ਉੱਥੇ ਜਾਈਏ ਤੇ ਮਤ ਪੈਦਾ ਹੋ ਜਾਏ, ਸਮਤ ਮਿਲ ਜਾਏ। ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ, ਕਾਗ ਅਟਾਰੀ ਪਰ ਵਹਿ ਕਿਆ ਵੈ ਖਗਪਤ ਹੋਏ। ਇੱਕ ਕਾਂ ਉੱਡ ਕੇ ਉਡਾਰੀ ਮਾਰ ਕੇ ਉੱਚੇ ਥਾਂ ਤੇ ਬਹਿ ਜਾਏ, ਬੜੀ ਉੱਚੀ ਅਟਾਰੀ ਤੇ ਬਹਿ ਜਾਏ, ਜਾਂ ਬੜੇ ਉੱਚੇ ਕਿਸੇ ਮਹੱਲ ਦੇ ਉੱਚੇ ਗੁੰਬਦ ਦੇ ਸਿਰੇ ਤੇ ਜਾ ਕੇ ਬਹਿ ਜਾਏ, ਤੇ ਉੱਥੇ ਬੈਠਣ ਨਾਲ ਉਹ ਗਰੜ ਨਹੀਂ ਬਣ ਜਾਂਦਾ, ਪੰਛੀਆਂ ਦਾ ਰਾਜਾ ਨਹੀਂ ਬਣ ਜਾਂਦਾ। ਕਿਉਂਕਿ ਉਸ ਕਾਂ ਦੀ ਜਿਹੜੀ ਨੀਚ ਬਿਰਤੀ ਹੈ, ਉਹ ਭਾਵੇਂ ਉੱਚੇ ਥਾਂ ਤੇ ਵੀ ਜਾ ਕੇ ਬਹਿ ਜਾਏ, ਉੱਥੇ ਵੀ ਨੀਚ ਹੀ ਰਹਿੰਦੀ ਹੈ। ਉੱਥੇ ਜਾ ਕੇ ਵੀ ਉਹਨੇ ਕਪੂਰ ਖਾਣਾ ਸ਼ੁਰੂ ਨਹੀਂ ਕਰਨਾ, ਉੱਥੇ ਜਾ ਕੇ ਪਹੁੰਚ ਕੇ ਵੀ ਉਹਨੇ ਗੰਦ ਵਿੱਚ ਹੀ ਚੁੰਝ ਮਾਰਨੀ ਹੈ। ਜਿਨ੍ਹਾਂ ਦੀ ਬਿਰਤੀ ਕੇਵਲ ਤੀਰਥਾਂ ਤੇ ਜਾ ਕੇ ਸੈਰ ਸਪਾਟਾ ਕਰਨ ਦੀ ਹੁੰਦੀ ਹੈ, ਉੱਥੇ ਜਾ ਕੇ ਕੋਈ ਸ਼ਬਦ ਨਹੀਂ ਸੁਣਨਾ, ਉੱਥੇ ਜਾ ਕੇ ਕੋਈ ਸ੍ਰੇਸ਼ਟ ਕਰਮ ਨੂੰ ਧਾਰਨ ਨਹੀਂ ਕਰਨਾ, ਕੇਵਲ ਸੈਰ ਸਪਾਟਾ ਹੁੱਲੜਬਾਜ਼ੀਆਂ ਜਿਵੇਂ ਅੱਜ ਕੱਲ੍ਹ ਕਰਦੇ ਆ ਲੋਕ ਤੀਰਥਾਂ ਤੇ ਜਾ ਕੇ, ਤੇ ਉੱਥੇ ਜਾ ਕੇ ਵੀ ਉਹਨਾਂ ਦੀ ਬਿਰਤੀ ਕਾਂ ਵਰਗੀ ਰਹਿੰਦੀ ਹੈ। ਉੱਥੇ ਜਾ ਕੇ ਕੋਈ ਉਹਨਾਂ ਨੂੰ ਸ੍ਰੇਸ਼ਟ ਮਤ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਜਿਹੜੇ ਕੋਈ ਮਨ ਚੋਂ ਸ਼ੁੱਧ ਭਾਵਨਾ ਲੈ ਕੇ ਜਾਣ ਕਿ ਉੱਥੇ ਜਾ ਕੇ ਕੁਝ ਭਲਾ ਸਮਾਂ ਭਜਨ ਕਰਾਂਗੇ, ਸਿਮਰਨ ਕਰਾਂਗੇ, ਇਸ਼ਨਾਨ ਪਾਨ ਕਰਾਂਗੇ, ਉਹ ਤਾਂ ਠੀਕ ਹੈ, ਜਿਹੜੇ ਗੁਰੂ ਵਾਲੇ ਨੂੰ ਇਦਾਂ ਹੀ ਕਰਨਗੇ। ਜਿਹੜੇ ਨਗੁਰੇ ਹੈ, ਜਿਨ੍ਹਾਂ ਦਾ ਕੋਈ ਗੁਰੂ ਪੀਰ ਨਹੀਂ, ਉਹਨਾਂ ਤੀਰਥ ਸਥਾਨਾਂ ਤੇ ਜਾ ਕੇ ਵੀ ਹੁੱਲੜਬਾਜ਼ੀਆਂ ਕਰਦੇ ਫਿਰਦੇ ਆ। ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਆਉਣ ਵਾਲਾ ਹੈ। ਬਹੁਤ ਸੰਗਤਾਂ ਉੱਥੇ ਨਤਮਸਤਕ ਹੋਣ ਆਉਂਦੀਆਂ, ਸਾਹਿਬਜ਼ਾਦਿਆਂ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਣ। ਪਰ ਹੁੱਲੜਬਾਜ਼ੀਆਂ ਵਾਲੇ ਵੀ ਤੁਸੀਂ ਵੇਖੇ ਹੋਣਗੇ, ਤੂਤੀਆਂ ਲੈ ਕੇ ਤੂਤੀਆਂ ਵਜਾਉਂਦੇ ਫਿਰਦੇ ਆ, ਨੱਚਦੇ ਫਿਰਦੇ ਆ। ਹੋਲੇ ਮਹੱਲੇ ਦੇ ਸਮਾਗਮ ਤੇ ਜਾਣ, ਸਥਾਨਾਂ ਤੇ, ਧਰਮ ਸਥਾਨਾਂ ਤੇ ਜਾ ਕੇ, ਉੱਥੇ ਜਾ ਕੇ ਵੀ ਉਹਨਾਂ ਨੂੰ ਮੱਤ ਤਾਂ ਨਹੀਂ ਨਾ ਮਿਲੀ ਕਿ ਅਸੀਂ ਕਿੱਥੇ ਆਏ ਹਾਂ। ਉੱਥੇ ਜਾ ਕੇ ਵੀ ਬਿਰਤੀ ਵੈਸੀ ਦੀ ਵੈਸੀ ਰਹੀ, ਬਦਲੀ ਨਹੀਂ। ਇਹਦੇ ਵੱਲ ਸਾਰੇ ਪੰਥ ਨੂੰ ਧਿਆਨ ਦੇਣਾ ਚਾਹੀਏ।
ਨੌਜਵਾਨ ਵੀਰ ਜਿਹੜੇ ਟਰਾਲੀਆਂ ਟਰੈਕਟਰਾਂ ਤੇ ਜੀਪਾਂ ਤੇ ਕਾਰਾਂ ਤੇ ਜਾਂਦੇ ਆ, ਜਾਣਾ ਚਾਹੀਦਾ ਸਥਾਨਾਂ ਤੇ, ਧਰਮ ਸਥਾਨਾਂ ਦੇ ਜੋੜ ਮੇਲਿਆਂ ਦੇ ਦਰਸ਼ਨ ਕਰਨੇ ਚਾਹੀਦੇ ਆ, ਪਰ ਮਰਿਆਦਾ 'ਚ ਰਹਿ ਕੇ ਜਾਓ। ਤੁਸੀਂ ਸਪੀਕਰ ਲਾਉਣੇ ਆ, ਟਰੈਕਟਰਾਂ ਦੇ ਉੱਤੇ ਸਪੀਕਰ ਲਾਉਣੇ ਆ, ਉੱਥੇ ਗਾਣੇ ਵਜਾਉਣ ਦੀ ਬਜਾਏ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਲਾਓ, ਗੁਰਬਾਣੀ ਸੁਣੋ। ਇੱਕ ਸਹੀ ਮੈਸੇਜ ਜਿਹੜਾ ਹੈ ਉਹ ਸੰਸਾਰ ਵੱਲ ਜਾਵੇ। ਖੈਰ, ਪਾਤਸ਼ਾਹ ਇੱਥੇ ਸਾਰਿਆਂ ਲਈ ਸਾਂਝੇ ਬਚਨ ਹੀ ਕਰ ਰਹੇ ਨੇ ਗੁਰੂ ਅਮਰਦਾਸ ਸਾਹਿਬ। ਬਹੁਤ ਸਾਰੇ ਹਿੰਦੂ ਵੀਰ ਵੀ ਜਦੋਂ ਆਪਣੇ ਹਿੰਦੁਸਤਾਨਾਂ ਦੇ ਤੀਰਥਾਂ ਤੇ ਜਾਂਦੇ ਹੈ, ਉੱਥੇ ਜਾ ਕੇ ਗੰਦਗੀ ਫੈਲਾਉਣੀ, ਉੱਥੇ ਜਾ ਕੇ ਅਪਵਿੱਤਰਤਾ, ਪਾਨ ਖਾ ਕੇ ਥੁੱਕੀ ਜਾਣਾ ਬਨਾਰਸ ਵਰਗੇ ਪਵਿੱਤਰ ਸ਼ਹਿਰਾਂ 'ਚ। ਤੋ ਸਾਹਿਬ ਕਹਿੰਦੇ ਕਾਸ਼ੀ ਜਾ ਕੇ ਜੇ ਕੋਈ ਆਖੇ ਵੀ ਮੈਨੂੰ ਮੱਤ ਮਿਲ ਜੇਗੀ, ਸ੍ਰੇਸ਼ਟ ਮੱਤ ਮਿਲ ਜੇਗੀ, ਤਾਂ ਇਹ ਭੁਲੇਖਾ ਨਹੀਂ ਮਿਲਦੀ। ਤੇ ਜੇ ਕੋਈ ਕਹੇ ਕਿ ਉੱਥੇ ਜਾ ਕੇ ਮੇਰੀ ਜਿਹੜੀ ਮੰਦਮਤੀ ਆ ਉਹ ਖਤਮ ਹੋ ਜਾਏਗੀ, ਤੇ ਇਹ ਵੀ ਭੁਲੇਖਾ ਹੈ। ਨਾ ਕਾਸ਼ੀ ਮੱਤ ਜਾਏ, ਮਾੜੀ ਮੱਤ ਵੀ ਖਤਮ ਨਹੀਂ ਹੁੰਦੀ। ਫਿਰ ਅਗਲੀ ਪੰਕਤੀ 'ਚ ਸਾਹਿਬ ਫਰਮਾਉਂਦੇ ਨੇ, ਸਤਿਗੁਰ ਮਿਲਿਆ ਮਤ ਊਪਜੈ ਤਾਂ ਇਹ ਸੋਝੀ ਪਾਏ। ਪੁੱਛਿਆ ਮਹਾਰਾਜ ਫਿਰ ਸ੍ਰੇਸ਼ਟ ਮਤ ਕਿਵੇਂ ਉਪਜਦੀ ਹੈ ਤੇ ਮਾੜੀ ਮਤ ਕਿਵੇਂ ਜਾਂਦੀ ਹੈ? ਜੇ ਤੀਰਥਾਂ ਤੇ ਭਰਮਣ ਨਾਲ ਸ੍ਰੇਸ਼ਟ ਮਤ ਦੀ ਪ੍ਰਾਪਤੀ ਨਹੀਂ ਹੁੰਦੀ, ਮਾੜੀ ਮਤ ਨਹੀਂ ਬਿਨਸਦੀ, ਤੇ ਫਿਰ ਚੰਗੀ ਮਤ ਮਿਲਦੀ ਕਿਵੇਂ ਹੈ? ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਮਿਲਣ ਤਾਂ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਮਿਲਿਆ ਮਤ ਉਪਜੈ, ਬਿਨਾਂ ਗੁਰੂ ਤੋਂ ਮਤ ਆ ਹੀ ਨਹੀਂ ਸਕਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਬਿਨਾਂ ਮਤ ਨਹੀਂ ਆਉਣੀ। ਸਤਿਗੁਰੂ ਜੀ ਦੀ ਸ਼ਰਨ 'ਚ ਆ ਕੇ ਗੁਰੂ ਵਾਲੇ ਹੋ ਕੇ ਹੀ ਗੁਰੂ ਕੀ ਮਤ ਆਉਣੀ ਹੈ ਨਾ। 21 ਵਾਰ ਤਾਂ ਗੁਰੂ ਅਮਰਦਾਸ ਸਾਹਿਬ ਵੀ ਗੰਗਾ ਤੇ ਗਏ ਸੀ। ਮਹਾਰਾਜ ਜੀ ਆਪਣੇ ਜੀਵਨ ਦਾ ਤਜਰਬਾ ਪੇ ਦੱਸਦੇ ਆ, ਪਰ ਮੈਨੂੰ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੋਈ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਖਡੂਰ ਸਾਹਿਬ ਆ ਕੇ। ਮੇਰੇ ਸਾਹਿਬ ਸਾਨੂੰ, ਹਾਲਾਂਕਿ ਮੇਰੇ ਪਾਤਸ਼ਾਹ ਤਾਂ ਜਨਮ ਤੋਂ ਹੀ, ਉਹ ਤਾਂ ਧੁਰ ਦਰਗਾਹੋਂ ਹੀ ਗੁਰੂ ਬਣ ਕੇ ਆਏ ਨੇ, ਇਦਾਂ ਕਹਿ ਸਕਦੇ ਹਾਂ। ਇਹ ਤਾਂ ਸਾਡੇ ਲਈ ਲੀਲਾ ਰਚੀ ਆ ਉਹਨਾਂ ਨੇ, ਸਾਨੂੰ ਸਮਝਾਉਣ ਲਈ ਕਿ ਬਿਨਾਂ ਗੁਰੂ ਤੋਂ ਮਤ ਨਹੀਂ ਆਉਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲ ਕੇ ਹੀ ਮਤ ਉਪਜਦੀ ਹੈ ਤੇ ਮਾੜੀ ਮਤ ਬਿਨਸਦੀ ਹੈ। ਤਾਂ ਇਹ ਸੋਝੀ ਪਾਏ, ਤਾਂ ਇਹਦੀ ਸੋਝੀ ਹੁੰਦੀ ਹੈ। ਜੇ ਗੁਰੂ ਮਤ ਦੇਵੇ ਤਾਂ ਸੋਝੀ ਆਉਂਦੀ ਹੈ। ਸੋਝੀ ਕਾਹਦੀ? ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ। ਇਹ ਸੋਝੀ, ਇਹ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਮਤ ਦਿੰਦੇ ਆਪਣੇ ਸ਼ਬਦ ਦੁਆਰਾ ਸਾਨੂੰ, ਤਾਂ ਇਹਦੀ ਸੋਝੀ ਹੁੰਦੀ, ਤਾਂ ਇਹਦਾ ਗਿਆਨ ਹੁੰਦਾ। ਬਿਨਾਂ ਗੁਰੂ ਸਾਹਿਬ ਜੀ ਦੀ ਮਤ ਲਿਆ, ਹੁਣ ਆ ਜੋ ਪਾਵਨ ਬਾਣੀ ਆਪਾਂ ਸੁਣ ਰਹੇ ਹਾਂ ਵਿੱਚ, ਇਹ ਗੁਰੂ ਸਾਹਿਬ ਦੀ ਮਤ ਹੈ ਨਾ। ਸਤਿਗੁਰਾਂ ਦੇ ਸ਼ਬਦਾਂ ਦੁਆਰਾ ਜੋ ਮਹਾਰਾਜ ਜੀ ਨੇ ਹੁਕਮ ਲਾਇਆ ਸਾਨੂੰ, ਇਹ ਗੁਰੂ ਸਾਹਿਬ ਦੀ ਮਤ ਹੈ। ਹੁਣ ਇਸ ਮਤ ਦੇ ਨਾਲ ਮੈਂ ਆਪਣੀਆਂ ਮਾੜੀਆਂ ਬਿਰਤੀਆਂ ਜਾਂ ਮੈਂ ਆਪਣੇ ਮਾੜੇ ਖਿਆਲ ਉਹ ਮਿਲਾ ਕੇ ਤੇ ਗੁਰਬਾਣੀ ਦੇ ਵਿੱਚ ਲਪੇਟ ਕੇ ਕਹਾਂ ਜੀ ਵੇਖੋ ਜੀ ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਤੇ ਇਹ ਵੀ ਗਲਤ ਹੈ ਨਾ। ਗੁਰਬਾਣੀ ਜੋ ਕਹਿ ਰਹੀ ਹੈ ਸਾਫ਼ ਸਪਸ਼ਟ ਹੈ। ਉਹਦੇ ਉਚਾਰਨ ਦੇ ਨਾਲ ਕਈ ਆਪਣੇ ਹੋਰ ਭਾਵਾਂ ਨੂੰ ਪ੍ਰਗਟ ਕਰਕੇ, ਵੇਖੋ ਜੀ ਜਿਵੇਂ ਸੁਥਰਾ ਕਹਿੰਦਾ ਕੇਤੇ ਲੈ ਲੈ ਮੁੱਕਰ ਪਾਹੇ, ਤੋ ਇਹ ਵੀ ਯੋਗ ਨਹੀਂ। ਜੋ ਸਾਹਿਬ ਜੀ ਨੇ ਬਾਣੀ ਵਿੱਚ ਕਹੇ ਨੇ, ਅੱਖਰ ਅੱਖਰ ਉਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਵਿਚਾਰ ਕੇ ਆਪਣੇ ਹਿਰਦੇ 'ਚ ਵਸਾਉਣਾ, ਇਹ ਗੁਰੂ ਸਾਹਿਬ ਦੀ ਮੱਤ ਹੈ, ਇਹ ਸਤਿਗੁਰਾਂ ਦੀ ਮੱਤ ਹੈ। ਜਿਨ੍ਹਾਂ ਨੂੰ ਸਤਿਗੁਰਾਂ ਦੀ ਮੱਤ ਆਉਂਦੀ ਉਹੀ ਸੋਝੀ ਵਾਲੇ ਹੁੰਦੇ, ਉਹਨਾਂ ਨੂੰ ਸੋਝੀ ਆ ਜਾਂਦੀ। ਜਿਵੇਂ ਕਹਿੰਦੇ ਨੇ ਹੁਣ ਤਾਂ ਫਲਾਣੇ ਨੂੰ ਸੋਝੀ ਆ ਗਈ ਹੈ। ਇੱਕ ਤਾਂ ਹੁੰਦਾ ਬੇਹੋਸ਼ੀ ਦੀ ਹਾਲਤ ਵਿੱਚ ਹੋਵੇ, ਉਹਨੂੰ ਕਹਿੰਦੇ ਜੀ ਹੁਣ ਉਹ ਸੋਝੀ 'ਚ ਆ ਗਿਆ। ਇੱਕ ਚੰਗੇ ਭਲੇ ਬੰਦੇ ਹੁੰਦੇ ਆ, ਮਾੜੇ ਭੈੜੇ ਕੰਮਾਂ ਦੇ ਵਿੱਚ ਭਟਕਦੇ ਭਰਮ ਦੇ ਲੋਕ,
ਉਹਨਾਂ ਵਾਸਤੇ ਵੀ ਇਹ ਸ਼ਬਦ ਵਰਤੇ ਜੀ, ਫਲਾਣੇ ਨੂੰ ਹੁਣ ਸੋਝੀ ਆ ਗਈ, ਹੁਣ ਬੰਦਾ ਬਣ ਗਿਆ, ਉਹ ਸਮਝਦਾਰ ਹੋ ਗਿਆ। ਯਾਨੀ ਕਿ ਸੋਝੀ ਆਉਂਦੀ, ਸੋਝੀ ਕਿ ਐਸਾ ਨਹੀਂ ਵੀ ਅਸੀਂ ਜਾਗਰਤ ਅਵਸਥਾ 'ਚ ਬੈਠੇ ਤੇ ਇਹਨੂੰ ਸੋਝੀ ਕਹਿੰਦੇ। ਇੱਥੇ ਸਤਿਗੁਰੂ ਜੀ ਕਹਿੰਦੇ ਸੋਝੀ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਜਾਏ। ਸਤਿਗੁਰਾਂ ਦੀ, ਜਿਨ੍ਹਾਂ ਨੂੰ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰੂ ਮਾਹੇ। ਜਿਹੜਾ ਸਤਿਗੁਰਾਂ ਦੀ ਮੱਤ ਨੂੰ ਗ੍ਰਹਿਣ ਕਰਦਾ ਉਹੀ ਗੁਰੂ ਦੇ ਵਿੱਚ ਸਮਾਉਂਦਾ। ਸਤਿਗੁਰਾਂ ਦੇ ਵਿੱਚ ਉਹੀ ਅਭੇਦ ਹੁੰਦਾ। ਜਿਹੜੀ ਸਤਿਗੁਰੂ ਜੀ ਦੀ ਮੱਤ ਨੂੰ ਗ੍ਰਹਿਣ ਕਰਨ ਵਾਲੇ ਗੁਰਮੁਖ ਨੇ ਉਹਨਾਂ ਨੂੰ ਆਪਣੇ ਨਿਜ ਰੂਪ ਦੀ ਸੋਝੀ ਆ ਜਾਂਦੀ ਹੈ। ਹਰ ਕਥਾ ਤੂੰ ਸੁਣ ਅਰੇ ਮਨ, ਸ਼ਬਦ ਮਨ ਵਸਾਏ। ਅਰੇ ਮਨ, ਇੱਥੋਂ ਸ਼ਬਦ ਦੀ ਪੰਕਤੀ ਦੇ ਅਰਥਾਂ ਦੀ ਆਰੰਭਤਾ ਕਰੀਏ। ਹੇ ਮੇਰੇ ਮਨ, ਸੰਬੋਧਨ ਕਰਕੇ ਕਹਿੰਦੇ ਰੇ ਮਨ, ਹੇ ਮਨਾ ਸੁਣ ਬਈ। ਕੀ ਸੁਣ? ਹਰੀ ਦੀ ਕਥਾ ਸੁਣ। ਹਰ ਕਥਾ ਤੂੰ ਸੁਣ ਰੇ ਮਨ। ਹੇ ਮੇਰੇ ਮਨ ਸੁਣ। ਮਨ ਕਹਿੰਦਾ ਜੀ ਕੀ ਸੁਣਾ? ਤਾਂ ਫਿਰ ਕਹਿਣਾ ਮਨਾ ਹਰੀ ਦੀ ਕਥਾ ਸੁਣ। ਇਹ ਗੁਰਬਾਣੀ ਦੀ ਕਥਾ ਹਰੀ ਦੀ ਕਥਾ ਹੈ, ਇਹ ਨਿਰੰਕਾਰ ਦੀ ਕਥਾ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਇਹ ਸਭ ਤੋਂ ਉੱਤਮ ਸ੍ਰੇਸ਼ਟ ਕਥਾ ਹੈ ਹਰੀ ਕੀ। ਹੇ ਮੇਰਿਆ ਮਨਾ, ਹਰੀ ਦੀ ਇਸ ਪਵਿੱਤਰ ਅੰਮ੍ਰਿਤ ਕਥਾ ਨੂੰ ਸੁਣ। ਜਿਨ੍ਹਾਂ ਨੂੰ ਸਾਹਿਬ ਦੀ ਕਥਾ ਸੁਣਨ ਦਾ ਰਸ ਆਉਂਦਾ ਹੈ ਉਹ ਸਾਹਿਬ ਦੀ ਕਥਾ ਸੁਣੇ ਬਿਨਾ, ਹਰੀ ਦੀ ਕਥਾ ਸੁਣੇ ਬਿਨਾ ਰਹਿ ਹੀ ਨਹੀਂ ਸਕਦੇ। ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਗੁਰਗੱਦੀ ਤੇ ਬੈਠੇ ਤੇ ਕਹਿੰਦੇ ਕੋਈ ਗੁਰੂ ਕਾ ਸਿੱਖ ਹੋਵੇ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਵੇ। ਇਤਨੇ ਨੂੰ ਬ੍ਰਹਮ ਗਿਆਨੀ ਭਾਈ ਬਾਲਾ ਜੀ ਆ ਪਹੁੰਚੇ। ਨਮਸਕਾਰ ਕੀਤੀ, ਪਤਾ ਲੱਗਾ ਇਹ ਭਾਈ ਬਾਲਾ ਜੀ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨਾਲ ਰਹੇ ਨੇ। ਉੱਠ ਕੇ ਗੁਰੂ ਅੰਗਦ ਸਾਹਿਬ ਨੇ ਭਾਈ ਬਾਲਾ ਜੀ ਨੂੰ ਗਲਵੱਕੜੀ 'ਚ ਲਿਆ, ਆਖਿਆ ਹੋ ਮੇਰੇ ਗੁਰੂ ਕੇ ਪਿਆਰੇ, ਸਾਨੂੰ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਓ। ਭਾਈ ਬਾਲਾ ਜੀ ਨੇ ਗੁਰਦੁਆਰਾ ਮਾਲਖਾੜਾ ਸਾਹਿਬ ਹੈ ਖਡੂਰ ਸਾਹਿਬ, ਉੱਥੇ ਬਹਿ ਕੇ ਸ਼ਾਮ ਨੂੰ ਕਥਾ ਕਰਨੀ। ਗੁਰੂ ਅੰਗਦ ਸਾਹਿਬ ਨੇ ਕਥਾ ਸੁਣਨੀ ਤੇ ਸੁਣਦਿਆਂ ਸੁਣਦਿਆਂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਮਾਧੀ ਲੱਗ ਜਾਣੀ। 1 ਦਿਨ 2 ਦਿਨ 3 ਦਿਨ 4 ਦਿਨ ਸਮਾਧੀ ਲੱਗੀ ਰਹਿਣੀ। 4 ਦਿਨਾਂ ਦੀ ਸਮਾਧੀ ਤੋਂ ਬਾਅਦ ਉੱਠਣਾ, ਇਸ਼ਨਾਨ ਪਾਨ ਕਰਨਾ, ਜਲ ਪਾਣੀ ਛਕ ਕੇ ਫਿਰ ਕਹਿਣਾ ਭਾਈ ਬਾਲਾ ਜੀ ਨੂੰ ਬੁਲਾਓ, ਉਹ ਸਾਨੂੰ ਸਾਡੇ ਪਿਆਰੇ ਗੁਰਦੇਵ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਉਣ। ਇਹ ਅਕਸਰ ਹੁੰਦਾ ਸੀ। ਜਿਨ੍ਹਾਂ ਨੂੰ ਹਰੀ ਦੀ ਕਥਾ ਸੁਣਨ ਦਾ ਚਾਅ ਹੈ ਉਹ ਹਰੀ ਕਥਾ ਬਿਨਾਂ ਰਹਿ ਹੀ ਨਹੀਂ ਸਕਦੇ। ਹੇ ਮੇਰਿਆ ਮਨਾ, ਹਰੀ ਦੀ ਇਸ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਕਥਾ, ਗੁਰੂ ਕੀ ਕਥਾ ਨੂੰ ਸੁਣ ਤੇ ਸਤਿਗੁਰਾਂ ਦਾ ਜੋ ਸ਼ਬਦ ਹੈ ਇਹਨੂੰ ਆਪਣੇ ਮਨ ਵਿੱਚ ਵਸਾ। ਸ਼ਬਦ ਮਨ ਵਸਾਏ। ਸਤਿਗੁਰਾਂ ਦਾ ਸ਼ਬਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਤਿਗੁਰਾਂ ਦਾ ਸ਼ਬਦ ਆਪਣੇ ਮਨ ਦੇ ਵਿੱਚ ਵਸਾਉਣਾ ਕਰ। ਇਹ ਮਤ ਤੇਰੀ ਥਿਰ ਰਹਿ, ਤਾਂ ਭਰਮ ਵਿੱਚ ਹੋ ਜਾਏ। ਜਿਹੜੀ ਆ ਤੇਰੀ ਮਤ ਹੈ ਨਾ, ਇਹ ਫਿਰ ਥਿਰ ਰਹੇਗੀ। ਥਿਰ ਇਹ ਫਿਰ ਜਾਏਗੀ ਨਹੀਂ। ਜਦੋਂ ਆ ਮਤ ਤੇਰੇ ਅੰਦਰ ਟਿਕ ਗਈ, ਜਿਹੜੀ ਗੁਰੂ ਸਾਹਿਬ ਨੇ ਬਖਸ਼ੀ ਹੈ, ਤਾਂ ਸਾਹਿਬ ਕਹਿੰਦੇ ਤੇਰੇ ਜਿੰਨੇ ਭਰਮ ਨੇ ਉਹ ਭਰਮ ਤੇਰੇ ਅੰਦਰੋਂ ਚਲੇ ਜਾਣਗੇ। ਤਾਂ ਭਰਮ ਵਿੱਚੋਂ ਹੋ ਜਾਏ ਮੈਂ ਵੀ ਇਹ ਸੰਸਾਰ ਸੱਚ ਹੈ, ਜੋ ਸੱਚ ਹੈ ਉਹਨੂੰ ਝੂਠ ਮੰਨੀ ਬੈਠੇ ਆ, ਜੋ ਝੂਠ ਹੈ ਉਹਨੂੰ ਸੱਚ ਮੰਨੀ ਬੈਠੇ। ਇਹ ਭਰਮ ਹੈ। ਜੇ ਤੂੰ ਗੁਰੂ ਸਾਹਿਬ ਦੀ ਇਸ ਮੱਤ ਨੂੰ ਧਾਰਨ ਕਰ ਲਵੇਂ ਤੇ ਮੱਤ ਤੇਰੇ ਅੰਦਰ ਟਿਕ ਜਾਏਗੀ। ਫਿਰ ਤੇ ਇਸ ਮੱਤ ਦੇ ਟਿਕਣ ਤੋਂ ਬਾਅਦ ਤੇਰੇ ਅੰਦਰੋਂ ਭਰਮ ਚਲਾ ਜਾਏਗਾ। ਤੇਰੇ ਅੰਦਰੋਂ ਭਰਮ ਦੀ ਨਿਵਰਤੀ ਹੋ ਰਹਾਉ। ਹਰ ਚਰਨ ਹਿਰਦੈ ਵਸਾਏ ਤੂੰ, ਕਿਲ ਵਿਖ ਹੋਵੈ ਨਾ। ਹਰੀ ਦੇ ਪਾਵਨ ਪਵਿੱਤਰ ਚਰਨ। ਹੇ ਮੇਰਿਆ ਮਨਾ,
ਤੂੰ ਆਪਣੇ ਹਿਰਦੇ 'ਚ ਵਸਾ। ਹਰੀ ਦੇ ਚਰਨ ਜਦੋਂ ਤੂੰ ਆਪਣੇ ਹਿਰਦੇ 'ਚ ਵਸਾਵੇਂਗਾ, ਤੇਰੇ ਅੰਦਰੋਂ ਕਿਲਬਖਾਂ ਦਾ ਨਾਸ ਹੋਵੇਗਾ, ਪਾਪਾਂ ਦਾ ਨਾਸ ਹੋਵੇਗਾ। ਗੁਰੂ ਦੇ ਚਰਨ ਹਿਰਦੇ 'ਚ ਵਸਣ ਤਾਂ ਤੇ ਸਾਰੇ ਕਿਲਬਖ ਸਾਰੇ ਪਾਸੇ। ਪੰਚ ਭੂ ਆਤਮਾ ਵਹ ਨਿਵਾਸ। ਕਹਿੰਦੇ ਜੇ ਤੂੰ ਪੰਜ ਭੂਤਾਂ ਨੂੰ, ਆਕਾਸ਼, ਜਲ, ਵਾਯੂ, ਇਹਨਾਂ ਨੂੰ ਵਸ ਵਿੱਚ ਕਰ ਲਵੇਂ, ਆਕਾਸ਼ ਵਾਂਗੂ ਨਿਰਖੋਭ ਹੋ ਜਾਏ, ਜਲ ਵਾਂਗੂ ਨਿਰਮਲ ਹੋ ਜਾਏ, ਅਗਨੀ ਵਾਂਗੂ ਪ੍ਰਕਾਸ਼ ਵਾਲਾ ਹੋ ਜਾਏ, ਜਾਂ ਜੇ ਤੂੰ ਧਰਤੀ ਵਾਂਗੂ ਧੀਰੀ ਸਹਿਤ ਹੋ ਜਾਏ, ਜਿਹੜੇ ਗੁਣ ਨੇ ਉਹ ਜਾਣ, ਤਾਂ ਇਹ ਸਮਝ ਲਈ ਕਿ ਦੁਨੀਆ ਦੇ ਜਿੰਨੇ ਤੀਰਥ ਨੇ ਉਹ ਸਾਰੇ ਤੀਰਥ ਤੇਰੇ ਅੰਦਰ ਆ ਕੇ ਨਿਵਾਸ ਕਰ ਲੈਣਗੇ। ਪੰਜ ਭੂਆਤਮਾ ਵਾਸ ਕਰਹਿ ਤਾਂ ਤੀਰਥ ਕਰਹਿ ਨਿਵਾਸ। ਇਹ ਸਮਝ ਲਈ ਫਿਰ ਤੀਰਥ ਤੇਰੇ ਅੰਦਰ ਹੀ ਆ ਕੇ ਵਸ ਗਏ, ਸਾਰੇ ਤੀਰਥ ਤੇਰੇ ਅੰਦਰ ਹੀ ਆ ਕੇ ਨਿਵਾਸ ਕਰ ਗਏ ਨੇ। ਕਬੀਰ ਜੀ ਮਹਾਰਾਜ ਜੀ ਕਹਿੰਦੇ ਹੁਣ ਮੈਨੂੰ ਲੋੜ ਨਹੀਂ ਗੰਗਾਣ ਦੀ, ਮੈਂ ਖੁਦ ਟੁਰਦੀ ਫਿਰਦੀ ਗੰਗਾ ਹੋ ਗਿਆ, ਮੇਰਾ ਮਨ ਗੰਗਾ ਹੋ ਗਿਆ, ਗੰਗਾ ਦੇ ਪਾਣੀ ਵਾਂਗੂ ਪਵਿੱਤਰ ਹੋ ਗਿਆ। ਤੇ ਫਿਰ ਇਹੋ ਜਿਹੇ ਰੱਬ ਦੇ ਪਿਆਰੇ ਜਿੱਥੇ ਚਰਨ ਪਾਉਂਦੇ ਆ ਉਹ ਥਾਂ ਵੀ ਤੀਰਥ ਬਣ ਜਾਂਦੀ। ਕਬੀਰ ਜੀ ਜਿਸ ਜਿਸ ਜਗ੍ਹਾ ਤੇ ਰਹੇ, ਜਿੱਥੇ ਜਿੱਥੇ ਉਹਨਾਂ ਚਰਨ ਪਾਏ, ਉਹ ਥਾਂ ਹੀ ਤੀਰਥ ਹੋ ਗਏ। ਕਹਿੰਦੇ ਫਿਰ ਤੂੰ ਏਦਾਂ ਸਮਝ ਲਈ ਕਿ ਤੀਰਥ ਤੇਰੇ ਅੰਦਰ ਹੀ ਆ ਵਸਣਗੇ। ਪਟਨਾ ਸਾਹਿਬ ਗੁਰੂ ਪਾਤਸ਼ਾਹ ਦਾ ਇੱਕ ਅਨੰਨ ਸੇਵਕ, ਜਿਹਦਾ ਨਾਮ ਹੈ ਭਾਈ ਜਗਤਮਲ ਸੇਠ, ਬੜਾ ਵੱਡਾ ਸ਼ਾਹੂਕਾਰ ਹੈ। ਬਹੁਤ ਸਾਰੇ ਨਗਰਾਂ ਦੇ ਵਿੱਚ ਇਹਦੀਆਂ ਹਵੇਲੀਆਂ ਨੇ, ਹੁੰਡੀਆਂ ਚਲਦੀਆਂ ਨੇ। ਪਟਨਾ ਸਾਹਿਬ ਇਹਨੇ ਇੱਕ ਦੁਕਾਨ ਬਣਾਈ ਹਲਵਾਈ ਦੀ, ਤੇ ਉੱਥੇ ਮਠਿਆਈਆਂ ਹੁੰਦੀਆਂ ਤੇ ਮਠਿਆਈਆਂ ਲੋਕਾਂ ਨੂੰ ਛਕਾਉਂਦਾ। ਨੌਵੇਂ ਪਾਤਸ਼ਾਹ ਦਾ ਬੜਾ ਪਿਆਰਾ ਹੈ। ਸਤਿਗੁਰੂ ਜੀ ਜਦੋਂ ਇੱਥੇ ਪਹੁੰਚੇ ਤੇ ਮਹਾਰਾਜ ਜੀ ਦੇ ਦਰਸ਼ਨ ਪਰਸੇ, ਬੜੀ ਸੇਵਾ ਟਹਿਲ ਕੀਤੀ। ਭਾਈ ਜਗਤਾ ਜੀ ਦਾ ਸਥਾਨ ਹੈ ਉੱਥੇ ਅੱਜ ਵੀ, ਨੌਵੇਂ ਪਾਤਸ਼ਾਹ ਨੇ ਉੱਥੇ ਚਰਨ ਪਾਏ। ਸਾਰਾ ਦਿਨ ਸੇਵਾ ਕਰਦਾ, ਅੰਮ੍ਰਿਤ ਵੇਲੇ ਆ ਜਾਂਦਾ, ਲੰਗਰ ਛਕਾਉਣਾ, ਮਠਿਆਈਆਂ ਛਕਾਉਣੀਆਂ, ਪਕਵਾਨ ਬਣਾਉਣੇ। ਵਪਾਰ ਵੀ ਹੈ ਮਠਿਆਈ ਦਾ, ਪਰ ਧਰਮ ਅਰਥ ਵੀ ਛਕਾਉਂਦਾ। ਕੁਝ ਸਿੱਖਾਂ ਨੇ ਸਾਹਿਬ ਨੂੰ ਬੇਨਤੀ ਕੀਤੀ ਕਿ ਕਦੇ ਭਾਈ ਜਗਤੇ ਨੂੰ ਇਸ਼ਨਾਨ ਕਰਦਿਆਂ ਨਹੀਂ ਵੇਖਿਆ, ਕਿਹੜੇ ਵੇਲੇ ਇਸ਼ਨਾਨ ਕਰਦਾ। ਕਹਿੰਦੇ ਜੀ ਅੰਮ੍ਰਿਤ ਵੇਲੇ ਮਹਾਰਾਜ ਜੀ ਕਹਿੰਦੇ ਜਾ ਕੇ ਵੇਖਿਓ, ਰਾਤ ਸਾਰੀ ਬੈਠ ਜਾਇਓ। ਕੁਝ ਸਿੱਖ ਥੋੜਾ ਜਿਹਾ ਛੁਪ ਕੇ ਉਹਲੇ 'ਚ ਬੈਠ ਗਏ। ਰਾਤ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਇੱਕ ਗਊ ਆਈ, ਉਹਨੇ ਆਪਣੇ ਮੁਖ ਵਿੱਚੋਂ ਜਲ ਕੱਢ ਕੇ ਸਾਰਾ ਚਬੱਚਾ ਪਾਣੀ ਦਾ ਭਰ ਦਿੱਤਾ। ਭਾਈ ਜਗਤੇ ਨੇ ਇਸ਼ਨਾਨ ਕੀਤਾ ਔਰ ਆਪਣੀ ਸਾਧਨਾ 'ਚ ਚਲੇ ਗਏ। ਸਿੱਖਾਂ ਨੌਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਵੇਖ ਲਿਆ, ਪਰ ਉਹ ਸਮਝ ਨਹੀਂ ਆਈ ਵੀ ਉਹ ਗਊ ਕੌਣ ਸੀ। ਸਾਹਿਬ ਕਹਿੰਦੇ ਜਿੰਨੇ ਤੀਰਥ ਨੇ ਉਹ ਤੀਰਥ ਗਊ ਦਾ ਰੂਪ ਬਣ ਕੇ ਸਾਰੇ ਜਲ ਲਿਆ ਕੇ ਭਾਈ ਜਗਤੇ ਦੇ ਚਰਨਾਂ 'ਚ ਆਉਂਦੇ ਆ ਤੇ ਇਹਨਾਂ ਨੂੰ ਇਸ਼ਨਾਨ ਕਰਾਉਂਦੇ ਆ। ਉੱਥੇ ਉਹ ਸਥਾਨ ਹੈ ਬਕਾਇਦਾ ਨੌਵੇਂ ਪਾਤਸ਼ਾਹ ਦਾ, ਪਟਨਾ ਸਾਹਿਬ, ਭਾਈ ਜਗਤਾ ਜੀ ਦਾ ਘਰ। ਉੱਥੇ ਇਤਿਹਾਸ ਇਹ ਲਿਖਿਆ ਹੋਇਆ, ਤੁਸੀਂ ਦਰਸ਼ਨ ਕਰ ਸਕਦੇ। ਹੁਣ ਜਿਹੜਾ ਨਾਮ ਜਪਣ ਵਾਲਾ ਤੀਰਥ ਆਪ ਆ ਜਾਂਦੇ, ਉਹਨਾਂ ਦੇ ਕੋਲ ਹਾਜ਼ਰ ਹੋ ਜਾਂਦੇ। ਉਹ ਤਾਂ ਲੋਚਦੇ ਐ
ਕਿ ਮਹਾਂਪੁਰਸ਼ ਸਾਧੂ ਸਾਡੇ 'ਚ ਚਰਨ ਪਾਉਣ ਤੇ ਸਾਡੀ ਮੈਲ ਧੁੱਪ ਜੇ। ਲੋਕਾਂ ਦੇ ਪਾਪ ਸਾਡੇ ਵਿੱਚ ਨੇ, ਉਹ ਸਾਡੇ ਪਾਪ ਧੁੱਪ ਜਾਣ। ਤੋ ਇੱਥੇ ਸਾਹਿਬ ਕਹਿੰਦੇ ਭਾਈ ਤੀਰਥ ਤੇਰੇ ਅੰਦਰ ਹੀ ਆ ਵਸਣਗੇ ਸਾਰੇ। ਤੀਰਥ ਕਰਹਿ ਨਿਵਾਸ, ਤਾਂ ਤੀਰਥ ਕਰਹਿ ਨਿਵਾਸ, ਤਾਂ ਸਾਰੇ ਤੀਰਥ ਤੇਰੇ ਅੰਦਰ ਆ ਨਿਵਾਸ ਕਰਨਗੇ। ਮਨ ਮੁਖ ਇਹੋ ਮਨ ਮੁਗਧ ਹੈ, ਸੋਜੀ ਕਿਛੂ ਨਾ ਪਾਏ। ਜਿਹੜਾ ਮਨਮੁਖ ਹੁੰਦਾ ਹੈ ਨਾ, ਉਹਦਾ ਮਨ ਮੁਗਧ ਹੀ ਰਹਿੰਦਾ, ਬੇਸਮਝ, ਉਹਨੂੰ ਸੋਝੀ ਨਹੀਂ ਮਿਲਦੀ। ਸਾਰੀ ਜ਼ਿੰਦਗੀ ਮਨਮੁਖਤਾ 'ਚ ਹੀ ਬਤੀਤ ਕਰਦਾ ਹੈ, ਔਰ ਉਹਨੂੰ ਕਦੇ ਸਾਰੇ ਜੀਵਨ 'ਚ ਸੋਝੀ ਨਹੀਂ ਮਿਲਦੀ, ਕਿਉਂਕਿ ਮਨਮੁਖਤਾ ਨਹੀਂ ਛੱਡਦਾ। ਗਧਾ, ਡੱਡੂ, ਬਗਲੇ ਇਹ ਤੀਰਥਾਂ ਦੇ ਨੇੜੇ ਹੀ ਰਹਿੰਦੇ, ਤੀਰਥਾਂ ਦੇ ਵਿੱਚ ਵੀ ਚਲੇ ਜਾਂਦੇ, ਪਰ ਨਾ ਡੱਡੂ ਨੂੰ ਤੀਰਥ ਦੀ ਮਹਿਮਾ ਦਾ ਪਤਾ, ਨਾ ਬਗਲੇ ਨੇ ਉੱਥੋਂ ਕੁਝ ਹਾਸਲ ਕਰਨਾ, ਨਾ ਗਧੇ ਨੇ। ਇਸੇ ਤਰ੍ਹਾਂ ਮਨਮੁਖ ਜੇ ਕਿਤੇ ਧਰਮ ਸਥਲਾਂ ਤੇ ਚਲਾ ਵੀ ਜਾਵੇ, ਪਹਿਲੀ ਗੱਲ ਤੇ ਆਉਂਦੇ ਨਹੀਂ, ਭੁੱਲੇ ਭਟਕੇ ਆ ਵੀ ਜਾਣ, ਉਹ ਆਪਣੀ ਮਨਮੁਖਤਾ ਦੇ ਲੱਛਣ ਨਹੀਂ ਛੱਡਦੇ। ਉਹਨਾਂ ਉੱਥੇ ਆ ਕੇ ਵੀ ਕੋਈ ਨਾ ਕੋਈ ਨੀਚ ਬਿਰਤੀ ਬਣਾ ਕੇ ਵਿਚਰਨਾ ਹੁੰਦਾ ਹੈ, ਉਹ ਮਲਨ ਬਿਰਤੀਆਂ ਉਹਨਾਂ ਚੋਂ ਨਹੀਂ ਛੁੱਟਦੀਆਂ। ਹਾਂ, ਜੇ ਤੇ ਉਹ ਪਛਤਾਵਾ ਕਰਕੇ ਗੁਰੂ ਚਰਨਾਂ 'ਚ ਧਰਮ ਸਥਾਨਾਂ ਤੇ ਆ ਕੇ ਕਹੇ, ਮਹਾਰਾਜ ਮੇਰੀਆਂ ਇਹ ਬਾਦੀਆਂ ਮੇਰੇ ਤੋਂ ਛੁਡਾ ਦਿਓ, ਮੈਂ ਇਹਨਾਂ ਭੈੜੇ ਕਰਮਾਂ ਤੋਂ ਮੁਕਤ ਹੋ ਜਾ, ਮੇਰੇ ਸਾਹਿਬ ਸਾਡੇ ਤੇ ਤਰਸ ਕਰ ਦਿਓ, ਫਿਰ ਗੱਲ ਬਣ। ਪਰ ਉਹ ਛੱਡਣਾ ਹੀ ਨਾ ਚਾਹੇ, ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ। ਉਹਨਾਂ ਨੇ ਕਦੇ ਵੀ ਆਪਣੀ ਮਨਮੁਖਤਾ ਦੀ ਭੈੜੀ ਬਿਰਤੀ ਨਹੀਂ ਤਿਆਗਣੀ। ਜਿਹੜੇ ਮਨਮੁਖ ਨੇ ਉਹਨਾਂ ਨੂੰ ਕਦੇ ਸੋਝੀ ਨਹੀਂ ਆਉਂਦੀ। ਹਰ ਕਾ ਨਾਮ ਨਾ ਬੁਝਈ, ਅੰਤ ਗਿਆ ਪਛਤਾਏ। ਹਰੀ ਪਰਮੇਸ਼ਰ ਦਾ ਨਾਮ ਉਹ ਨਹੀਂ ਬੁੱਝਦੇ, ਔਰ ਅੰਤ ਨੂੰ ਉਹਨਾਂ ਨੂੰ ਇਹ ਸੰਸਾਰ ਤੋਂ ਪਛਤਾਵਾ ਕਰਦਿਆਂ, ਹੱਥ ਮਲਦਿਆਂ ਨਰੰਗੇ ਵਰਗੇ ਪਾਪੀਆਂ ਨੇ ਦਰਸ਼ਨ ਵੀ ਕੀਤੇ ਨੌਵੇਂ ਗੁਰਦੇਵ ਦੇ, ਪਰ ਕੀ ਖੱਟ ਕੇ ਗਏ। ਬੜੇ ਬੜੇ ਮਹਾਪਾਪੀ ਇਹ ਸੰਸਾਰ ਦੇ ਵਿੱਚ ਆਉਂਦੇ ਤੇ ਅੰਤ ਨੂੰ ਪਛਤਾਵਾ ਕਰਕੇ ਚਲੇ ਗਏ। ਇਹੋ ਮਨ ਕਾਸੀ ਸਭ ਤੀਰਥ ਸਿਮਰਿਤ, ਸਤਿਗੁਰ ਦੀਆ ਬੁਝਾਏ। ਕਹਿੰਦੇ ਜਦੋਂ ਮੇਰੇ ਸਤਿਗੁਰਾਂ ਨੇ ਬੁਝਾ ਦਿੱਤਾ ਨਾ, ਜਣਾ ਦਿੱਤਾ, ਤਾਂ ਫਿਰ ਮੇਰਾ ਇਹ ਮਨ ਹੀ ਕਾਂਸ਼ੀ ਹੋ ਗਿਆ, ਮੇਰਾ ਇਹ ਮਨ ਹੀ ਸਾਰੇ ਤੀਰਥ ਹੋ ਗਿਆ, ਮੇਰਾ ਇਹ ਮਨ ਹੀ ਸਾਰੀਆਂ ਸਿਮਰਤੀਆਂ ਸ਼ਾਸਤਰਾਂ ਦੇ ਸਹਿਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮੇਰੇ ਗੁਰੂ ਨੇ ਮੈਨੂੰ ਸਭ ਕੁਝ ਬੁਝਾ ਦਿੱਤਾ, ਜਣਾ ਦਿੱਤਾ, ਫਿਰ ਅੰਦਰ ਹੀ ਆ ਗਿਆ ਸਭ ਕੁਝ, ਤੀਰਥ ਵੀ ਅੰਦਰ ਹੀ ਆ ਗਏ, ਫਿਰ ਸਿਮਰਤੀਆਂ ਸ਼ਾਸਤਰ ਜਿੰਨਾ ਗਿਆਨ ਸੀ ਅੰਦਰ ਹੀ। ਛੱਜੂ ਦੇ ਸਿਰ ਤੇ ਛੜੀ ਧਰੀ ਤੇ ਕਹਿੰਦਾ, ਪੰਡਤ ਜੀ ਕੱਲੀ ਗੀਤਾ ਨਹੀਂ, ਹੁਣ ਦੁਨੀਆ ਦੇ ਕਿਹੜੇ ਸ਼ਾਸਤਰ ਕਿਹੜੇ ਗ੍ਰੰਥ ਤੇ ਮੇਰੇ ਨਾਲ ਚਰਚਾ ਕਰਨੀ ਕਰ ਲੈ, ਇੱਥੇ ਤਾਂ ਹੁਣ ਪੜ ਪਾਟ ਗਏ ਨੇ ਵਿਦਿਆ ਦੇ। ਜਿਨ੍ਹਾਂ ਨੂੰ ਸਤਿਗੁਰੂ ਜੀ ਬੁਝਾ ਦਿੰਦੇ ਐ, ਜਣਾ ਦਿੰਦੇ ਐ, ਉਹਨਾਂ ਦੇ ਅੰਦਰ ਸਰਬ ਸ਼ਾਸਤਰਾਂ ਸਿਮਰਤੀਆਂ ਦਾ ਗਿਆਨ ਸੁੱਤੇ ਸਿੱਧ ਉਤਪਨ ਹੋ ਜਾਂਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਖਾਲ ਮੂਰਖ ਵੀ ਚਤਰ ਸ਼ਾਸਤਰਾਂ ਦੇ, ਚਤਰ ਵੇਦਾਂ ਦੇ, 6 ਸ਼ਾਸਤਰਾਂ ਦੇ ਗਿਆਨੀ ਹੋ ਜਾਂਦੇ ਐ। ਜਦੋਂ ਸਤਿਗੁਰਾਂ ਨੇ ਬੁਝਾ ਦਿੱਤਾ, ਕਹਿੰਦੇ ਫਿਰ ਇਹ ਮਨ ਹੀ ਕਾਂਸ਼ੀ ਬਨਾਰਸ ਹੋ ਗਿਆ, ਇਹ ਮਨ ਹੀ ਸਾਰੇ ਤੀਰਥ ਹੋ ਗਿਆ, ਅੰਦਰ ਹੀ ਸਾਰੀਆਂ ਸਿਮਰਤੀਆਂ ਸ਼ਾਸਤਰ ਉਤਪਨ ਹੋ ਗਏ। 68 ਤੀਰਥ ਤਿਸ ਸੰਗ ਰਹਿ, ਜਿਨ ਹਰ ਹਿਰਦੈ ਰਹਿਆ ਸਮਾਏ। ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਸਮਾਇਆ ਹੋਇਆ ਹੈ, 68 ਤੀਰਥ ਉਹਦੇ ਨਾਲ ਹੀ ਰਹਿੰਦੇ, 68 ਤੀਰਥ ਉਹਦੇ ਨਾਲ ਵਿਚਰਦੇ ਐ। 68 ਤੀਰਥ ਜਹ ਸਾਧ ਪਗ ਧਰੈ,
ਜਿੱਥੇ ਰੱਬ ਦੇ ਪਿਆਰੇ ਚਰਨ ਪਾਉਂਦੇ ਉੱਥੇ 68 ਤੀਰਥ ਆਪੇ ਹੀ ਬਣ ਜਾਂਦੇ ਸਾਧੂਆਂ ਦੇ ਚਰਨਾਂ ਵਿੱਚ। ਕਿਉਂਕਿ ਉਹਨਾਂ ਦੇ ਹਿਰਦਿਆਂ ਵਿੱਚ ਪਾਤਸ਼ਾਹ ਕਹਿੰਦੇ ਹਰੀ ਦਾ ਨਾਮ ਵਸਿਆ ਹੋਇਆ। ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਦਾ ਨਾਮ ਵਸ ਜਾਂਦਾ ਹੈ ਉਹਨਾਂ ਨੂੰ 68 ਤੀਰਥਾਂ ਦੇ ਸੰਗ ਦਾ ਮੇਲ ਪ੍ਰਾਪਤ, ਉਹਨਾਂ ਦੇ ਨਾਲ ਨਾਲ ਹੀ ਰਹਿੰਦੇ ਆ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦੀ ਜੀਵਨੀ ਆਪ ਜੀ ਨੇ ਪੜ੍ਹੀ ਹੋਣੀ। ਸੇਕ ਨਿਹਿਆ ਜੰਗਲ ਸੀ, ਲੋਕ ਕਹਿੰਦੇ ਇੱਥੇ ਭੂਤ ਪ੍ਰੇਤ ਰਹਿੰਦੇ ਆ। ਬਾਬਾ ਜੀ ਜੰਗਲ ਵਿੱਚ ਆਸਣ ਲਾਇਆ, ਭਜਨ ਕੀਤਾ, ਪਰਮੇਸ਼ਰ ਦੀ ਬੰਦਗੀ ਕੀਤੀ, ਨਿਰੰਕਾਰ ਦੀ ਬੰਦਗੀ ਕਰਦਿਆਂ ਕਰਦਿਆਂ ਅੱਜ ਉੱਥੇ ਬੜੇ ਵੱਡੇ ਅਸਥਾਨ ਹਨ, ਗੁਰੂ ਘਰ ਹਨ, ਤੀਰਥ ਹੋ ਗਏ। ਤੋ ਜਿੱਥੇ ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ ਭਜਨ ਕਰਦੇ ਆ ਉੱਥੇ ਆਪੇ ਹੀ ਸਾਰੇ 68 ਤੀਰਥ ਆ ਪਹੁੰਚਦੇ ਹਨ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ, ਏਕ ਵਸਿਆ ਮਨ ਆਏ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਸਤਿਗੁਰੂ ਜੀ ਮਿਲੇ, ਤੇ ਸਤਿਗੁਰਾਂ ਨੂੰ ਮਿਲ ਕੇ ਜਿਨ੍ਹਾਂ ਨੇ ਹੁਕਮ ਬੁੱਝ ਲਿਆ, ਸਤਿਗੁਰਾਂ ਦੇ ਹੁਕਮ ਦੀ ਖੇਡ ਸਮਝ ਲਈ, ਉਹਨਾਂ ਦੇ ਹਿਰਦੇ ਵਿੱਚ ਫਿਰ ਇੱਕ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆ ਵਸਦਾ ਹੈ। ਏਕ ਵਸਿਆ ਮਨ ਆਏ, ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਹਿਰਦਿਆਂ ਵਿੱਚ ਫਿਰ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆ ਵਸਦੇ ਹਨ। ਜੋ ਤੁਧ ਭਾਵੈ ਸਭ ਸੱਚ ਹੈ, ਸੱਚੇ ਰਹਿ ਸਮਾਏ। ਏ ਵਾਹਿਗੁਰੂ ਜੀ, ਜੋ ਤੁਹਾਨੂੰ ਭਾਉਂਦਾ ਹੈ ਉਹੀ ਸੱਚ ਹੈ, ਤੇ ਜਿਹੜਾ ਇਸ ਗੱਲ ਨੂੰ ਬੁੱਝ ਲੈਂਦਾ ਹੈ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਉਸ ਸੱਚ ਦੇ ਵਿੱਚ ਅਭੇਦ ਹੋ ਜਾਂਦਾ, ਇੱਕ ਮਿਕ ਹੋ ਜਾਂਦਾ।